रखियो रे मत सतगुर नानक आज्ञा कर युग समा भयानक। बंदा इस कहानी भूल गया हीरा जन्म मिट्टी में चुरल गया। रखी नजर सवली रखी नजर सवली पापा तो बच जाइए जी। ए बल बख्शो दाता तेरा नाम दे आइए जी। ए बल बख्शो दाता तेरा नाम दे आइए जी। खड़ गया आन द्वारे तेरे पिछले बख्शो अवगुण मेरे। गया तुहाडे शरणी दाता जी हुल्ला वो चरणी। जी नाम जप दे गुर सिखा दी सेव कमाइए जी। ए बल बख्शो दाता तेरा नाम दे आइए जी। ए बल बख्शो दाता तेरा नाम दे आइए जी। प्राणी आयो लाया लेन तेरी मुक्ति चली रहने। विनद लाल गल कीती पाछे जो बीती सो बीती। हर की भगत न कीती हर की भगत न कीती होने ही गुण गाइए जी। ए बल बख्शो दाता तेरा नाम पे आइए जी। ए बल बख्शो दाता तेरा नाम पे आइए जी। हर जस करिए सुनिए जीवन सफल बनाइए जी।
ਇਹ ਬਲ ਬਖਸ਼ੋ ਦਾਤਾ ਤੇਰਾ ਨਾਮ ਧਿਆਈਏ ਜੀ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਕੀਤੀ ਹੋਈ ਅਰਦਾਸ ਤੁਸਾਂ ਨੇ ਸਰਵਣ ਕੀਤੀ ਹੈ। ਗੁਰਦੇਵ ਪਿਤਾ ਕਿਰਪਾ ਕਰਨੀ, ਕਾਇਆ ਕਰਕੇ ਆਪਾਂ ਚੱਲ ਕੇ ਆ ਗਏ ਹਾਂ। ਮਨ ਕਰਕੇ ਹਾਜ਼ਰੀਆਂ ਤੁਸਾਂ ਦਾਸਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ 'ਚ ਲਵਾ ਲੈਣਾ। ਔਰ ਜਿੰਨਾ ਚਿਰ ਵੀ ਅਸੀਂ ਗੁਰੂ ਦਰਬਾਰ ਦਾ ਸ਼ਿੰਗਾਰ ਬਣ ਕੇ ਬੈਠੇ ਹਾਂ, ਜੇ ਕਿਸੇ ਦੇ ਮੁਖਾਰਬੰਦ ਵਿੱਚੋਂ ਕੋਈ ਆਵਾਜ਼ ਨਿਕਲਦੀ ਹੈ ਤਾਂ ਸਤਨਾਮ ਸ਼੍ਰੀ ਵਾਹਿਗੁਰੂ ਦੀ ਨਿਕਲੇ। ਇਹ ਸਾਡੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ, ਬੇਨਤੀ। ਸੋ ਸਰਬੱਤ ਸਾਧ ਸੰਗਤ ਮਨ ਦੀਆਂ ਬਿਰਤੀਆਂ ਨੂੰ ਗੁਰਦੇਵ ਪਿਤਾ ਦੇ ਚਰਨਾਂ ਦੇ ਨਾਲ ਜੋੜਦੇ ਹੋਏ ਅਦਬ ਔਰ ਸਤਿਕਾਰ ਦੇ ਨਾਲ 2 ਵਾਰ ਵਾਹਿਗੁਰੂ ਦਾ ਸਿਮਰਨ ਕਰਨ ਦਾ ਯਤਨ ਕਰੀਏ। ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਐਸਾ ਸਿਮਰਨ ਗੁਰਦੇਵ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੋਇਆ, ਜਿਹਦੇ ਨਾਲ ਇਨਸਾਨ ਪ੍ਰਮਾਤਮਾ ਨਾਲ ਜੁੜਦਾ ਹੈ। ਬਾਕੀ ਦੁਨੀਆ ਦੇ ਜਿੰਨੇ ਵੀ ਰਹਿਬਰ ਇਸ ਦੁਨੀਆ ਦੇ ਉੱਤੇ ਆਏ, ਜੇਕਰ ਅਸੀਂ ਝਾਤੀ ਮਾਰ ਕੇ ਵੇਖੀਏ ਤੇ ਕਿਸੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਾਇਆ, ਕਿਸੇ ਨੇ ਯੁਗਾ ਯੁਗਾਂਤਰਾਂ ਦੀ ਗੱਲ ਕਰ ਲਈਏ, ਔਰ ਕੋਈ ਰਹਿਬਰ ਸਾਨੂੰ ਐਸਾ ਨਹੀਂ ਨਜ਼ਰ ਆਉਂਦਾ ਜਿਹਨੇ ਅਕਾਲ ਦੇ ਨਾਂ ਦਾ ਨਾਰਾ ਲਾਇਆ ਹੋਵੇ ਔਰ ਮਨੁੱਖਤਾ ਨੂੰ ਅਕਾਲ ਦੇ ਨਾਲ ਜੋੜਿਆ ਹੋਵੇ। ਇਸ ਵਿਸ਼ੇ ਨੂੰ ਮੈਂ ਨਾ ਹੀ ਛੇੜਾਂ, ਇਤਿਹਾਸ ਦੀ ਵਾਰਤਾ ਮੈਂ ਤੁਹਾਡੇ ਚਰਨਾਂ 'ਚ ਰੱਖਣੀ ਚਾਹੁੰਦਾ, ਕਿਉਂਕਿ ਇਹ ਵਿਸ਼ਾ ਛੇੜ ਲਿਆ ਬਹੁਤ ਲੰਬਾ ਸਮਾਂ ਇੱਧਰ ਬਤੀਤ ਹੋ ਜਾਵੇਗਾ। ਮੈਂ ਪ੍ਰਾਰੰਭ ਕੀਤੀ ਹੋਈ ਗਾਥਾ ਨੂੰ ਕੱਲ ਦੇ ਦੀਵਾਨ ਤੱਕ ਸੰਪੂਰਨ ਕਰਨਾ ਲੋਚਦਾ। ਦਰਦ ਭਿੱਜੀ ਦਾਸਤਾਨ ਤੁਸਾਂ ਨੇ ਸਰਵਣ ਕੀਤਾ। ਮਹਾਰਾਣੀ ਜਿੰਦ ਕੌਰਾਂ ਨੇ, ਜਿਹੜੀ ਕਦੀ ਸੋਨੇ ਚਾਂਦੀ ਦੇ ਬਰਤਨਾਂ 'ਚ ਪ੍ਰਸ਼ਾਦ ਛਕਿਆ ਕਰਦੀ ਸੀ, ਔਰ ਪ੍ਰਸ਼ਾਦ ਛਕਣ ਲੱਗਿਆ ਹੋ ਸਕਦਾ 20 ਵਾਰ ਨੱਕ ਬੁੱਲ ਵੀ ਵੱਟੇ ਹੋਣ। ਪ੍ਰਸ਼ਾਦਾ ਠੰਡਾ ਹੈ, ਪ੍ਰਸ਼ਾਦਾ ਤੱਤਾ ਹੈ, ਇਹ ਪਦਾਰਥ ਮੈਂ ਨਹੀਂ ਖਾਣਾ, ਉਹ ਪਦਾਰਥ ਚਾਹੀਦਾ ਹੈ। ਪਰ ਜਦੋਂ ਭੁੱਖ ਲੱਗੀ ਹੈ, ਕੇਲੇ ਦੇ ਪੱਤੇ ਦੇ ਉੱਤੇ ਸੜੇ ਹੋਏ ਚੌਲ ਔਰ ਹਰ ਦੀ ਦਾਲ ਮਹਾਰਾਣੀ ਜਿੰਦ ਕੌਰਾਂ ਨੂੰ ਅੰਮ੍ਰਿਤ ਵਾਂਗ ਲੱਗੀ। ਉਸਨੇ ਆਪਣੇ ਪੇਟ ਦੀ ਅੱਗ ਨੂੰ ਇਹਨਾਂ ਸੜੇ ਹੋਏ ਚੌਲਾਂ ਦੇ ਨਾਲ ਬੁਝਾਇਆ ਤੇ ਆਪਣੀ ਦਾਸੀ ਗੋਮਤਾ ਨੂੰ ਕਹਿਣ ਲੱਗੀ, ਗੋਮਤਾ ਮੈਨੂੰ ਅੱਜ ਪਤਾ ਲੱਗਾ ਕਿ ਗਰੀਬੀ ਕੀ ਚੀਜ਼ ਹੋਇਆ ਕਰਦੀ ਹੈ। ਮੈਨੂੰ ਅੱਜ ਪਤਾ ਲੱਗਾ ਇਹ ਪਦਾਰਥ ਕੀ ਨਿਆਮਤਾਂ ਹਨ ਜਿਹੜੀਆਂ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹੋਈਆਂ ਹਨ। ਇਨਸਾਨਾਂ ਨੂੰ 36 ਪ੍ਰਕਾਰ ਦੇ ਆਪਾਂ ਭੋਜਨ ਛਕਦੇ ਹਾਂ, ਨਾ ਸ਼ੁਕਰੇ ਹਾਂ। ਅਸੀਂ ਉਸ ਕਦੀ ਪਰਵਤਗਾਰ ਦਾ ਸ਼ੁਕਰਾਨਾ ਨਹੀਂ ਕੀਤਾ ਜਿਹਨੇ ਸਾਨੂੰ ਇੰਨੀਆਂ ਨਿਆਮਤਾਂ ਦੇ ਨਾਲ ਨਿਵਾਜਿਆ ਹੈ। ਬਾਰ-ਬਾਰ ਇਨਸਾਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਹਰ ਗੱਲ ਦੇ ਨਾਲ, ਹਰ ਲਫ਼ਜ਼ ਦੇ ਨਾਲ ਰਸਤੇ ਤੁਰਿਆ ਜਾਂਦਾ। ਕੋਈ ਸਾਡੇ ਰਸਤੇ ਵਿੱਚੋਂ ਵੀ ਸਾਨੂੰ ਸਾਈਡ ਦੇ ਦਿੰਦਾ, ਅਸੀਂ ਉਹਨੂੰ ਵੀ ਧੰਨਵਾਦ ਕਹਿੰਦੇ ਹਾਂ। ਪਰ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਇਹ ਮਨੁੱਖਾ ਦੇਹੀ ਸਾਨੂੰ ਬਖਸ਼ਿਸ਼ ਕੀਤੀ ਹੈ, ਅਸੀਂ ਇਹਦੀ ਅਹਿਮੀਅਤ ਭੁੱਲ ਗਏ ਕਿ ਇਹਦੀ ਅਹਿਮੀਅਤ ਕੀ ਹੈ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਸਿਰਫ ਇੱਕ ਇਨਸਾਨੀ ਜਾਮਾ ਹੈ ਜਿਹਦੇ ਵਿੱਚ ਰਹਿ ਕੇ ਇਨਸਾਨ ਪਰਮਾਤਮਾ ਦੇ ਨਾਲ ਇੱਕਮਿਕ ਹੋ ਸਕਦਾ ਹੈ, ਹੋਰ ਕਿਸੇ ਜੂਨੀ ਵਿੱਚ ਨਹੀਂ। ਕਹਿੰਦੀ ਇਹਨਾਂ ਗੱਲਾਂ ਦਾ ਮੈਨੂੰ ਅੱਜ ਗਿਆਨ ਹੋਇਆ। ਪ੍ਰਸ਼ਾਦਾ ਛਕਿਆ, ਹੁਣ ਇੱਥੋਂ ਚਾਲੇ ਪਾਏ ਨੇ, ਉਹਦੇ ਵਸਤਰ ਕੈਸੇ ਸਨ। ਤੁਹਾਡੇ ਪੰਜਾਬ ਦੀ ਧਰਤੀ ਦੇ ਉੱਤੇ ਬਿਹਾਰੀ, ਉੱਤਰਾਂਚਲ ਉੱਤਰ ਪ੍ਰਦੇਸ਼ ਦੇ ਬਈਏ ਆਉਂਦੇ ਹਨ, ਉਹਨਾਂ ਦੀਆਂ ਨਾਲ ਤੀਵੀਆਂ ਵੀ ਆਉਂਦੀਆਂ ਹਨ। ਉਹਨਾਂ ਦਾ ਕਦੀ ਲਿਬਾਸ ਤੁਸੀਂ ਵੇਖਿਆ ਹੋਵੇਗਾ। ਉਹਨਾਂ ਦਾ ਲਿਬਾਸ ਨਾ ਤੇ ਤਨ ਨੂੰ ਢੱਕਦਾ ਹੀ ਹੈ ਚੰਗੇ ਤਰੀਕੇ ਨਾਲ, ਨਾ ਉਸ ਨੂੰ ਨੰਗੇ ਹੀ ਰਹਿਣ ਦਿੰਦਾ ਹੈ। ਇੱਕੋ ਹੀ ਕੱਪੜਾ ਹੁੰਦਾ ਹੈ ਜਿਹਨੂੰ ਉਹ ਧੋਤੀ ਦੇ ਤੌਰ ਦੇ ਉੱਤੇ ਵਲੇਟਦੇ ਹਨ ਔਰ ਆਪਣੇ ਤਨ ਦੇ ਉੱਤੇ ਵੀ ਵਲੇਟਦੀਆਂ ਹਨ।
कोई शौक नहीं। जिवें जिवें समय के हालात बने तिवें तिवें उन्होंने दुनिया के लोगों ने प्रवान कर लिया। मिसाल के तौर पर इस्लाम विच 4 विआह करने की इजाजत है। एक औरत 4 तीवियां रख सकता है। की कारण है कि इस्लाम दे विच मुसलमान मजहब के लोग एक मर्द 4 औरतों को रख सकता है, क्योंकि जंग जो देने हुंदे सन इंसान मारी इन्ने जाते सन कि तीवियां का गुजारा करना औखा सी, और उन्हां दी जिंदगी दे दिन कटाउण वास्ते ये छोड़ दी गई कि एक इंसान 4 निकाह कर सकता है। सानू साडे सतगुरां ने इशनान की बख्शिश की है। मर मुसलमान मजबूजू करता है, हाथ धोंदा, पैर धोंदा, कोहणियां तक मूँह नूं धो लैंदा। कारण है कि अरब देशों च पानी की बड़ी वड्डी कमी सी, इस करके तरीका अपना लिया गया। यही ढंग लिबास का है। सानू सतगुर ने बड़ियां रहमतां दे नाल निवाजिया। साडे कोल एक तो एक वस्त्र, जिन्नियां साडी भैणां सिर दे उत्ते चुन्नी लैंदियां हन, एडे कपड़े दे नाल अज भी उस इलाके दीयां औरतां अपने सारे तन नूं ढकदियां हन। इहदे च कोई शक नहीं। वो धोती वलेटी महारानी जिंद कौर ने अपने दुआले जींदे जी इंसान की जिंदगी में एडी वड्डी तब्दीली बहुत वड्डी गल है। हुणे तुरियां ने रस्ते च भुख लगनी है, तो है नहीं कि एक बार प्रशादा छक लिया तो महीना भुख ही नहीं लगनी। सवेरे छकिया दोपहर में फिर भुख लगेगी, फिर भुख लगी। दोवां भैणां ने जिहड़ी एक राणी सी एक दासी सी, हुण लोकां दे घरां च जाके रोटी मंगी है। 5 दरियावां दी मलका उन्हां दे दरवाजे दे उत्ते जाके मंगदी है, जिहड़े कदी पंजाब दी धरती दे उत्ते अज दे दिन तक मंगण वास्ते आउंदे। रोटी मंग के गां तुरदी है। कला इंसान दा रोटी तक वाह होवे, जिंदगी सौखी बसर हो जाती है। 2 टुकड़ खाधे, जिथे रात पै गई आराम किया, दिने फिर सही। पर उन्हें अपनी मंजिल तक पहुंचना है। पिछे पुलिस है। फतेहगढ़ साहब जाके फतेहगढ़ जाके बीमार हो गई, इस तो अगे तुरी। आजमगढ़ जाके पुलिस का इन्ना जोर वध गया कि जंगलों वाल मुड़ियां। CID रिपोर्टर इन्हां दे पिछे लग गया। महारानी जिंद कौर ने लाहौर दरबार च अनेक CID वाले खुद वेखे सन। सियासतदान सी, इंसान की चाल तो समझ आती सी। ये साधु नहीं, पुलिस का बंदा। गोमता नूं आखण लगी, कहण लगी गोमता होवे ना, ये पुलिस का बंदा है, इन्हें सानू गिरफ्तार करा देना। गोमता ने आख्या महारानी साहबा हो सकता साधु ही होवे, असी किसे भुलेखे च होइए। उन्हें आख्या मैं तेरा भुलेखा दूर कर देंदी हाँ। कुछ टूंबा महारानी जिंद कौरां दे कोल सन, जिहड़ियां उन्हें अपने लक नाल बद्धियां होईयां। ये तो मैं एक लड़ी लैके तुरिया। महारानी जिंद कौर चुनार के किले चो दौड़ी है। अगले दिन जो पुलिस नूं पता लगता, जो शामों दे नाल बीतदी है, एक वखरा टॉपिक प्रारंभ हो जाता। इन्हूं फिर कदी मैं तुहाडे चरनां च साझा करांगा। क्यों गरीबनी दे उत्ते की मुसीबतां दे पहाड़ टुटे और इन्हां दा मुकाबला किवें करदी। उन्हें अपना छल्ला उतारिया, बादशाही छल्ला सी। गंधक दरिया के कंढे उत्ते बैठा हुआ CID रिपोर्टर एक पत्थर के उत्ते महारानी जिंद कौर ने तली के उत्ते रख के छल्ला अपनी मुंदरी वो साधु के भेस वो CID रिपोर्टर को विखा के कह लगे महात्मा जी सानू जंगले च फिरदे फिरदे मुंदरी मिली है, ये तुसी वेखो सोने दी है या किसी होर धातु दी है। उन्हें मुंदरी वेखी, उहदी अखां च चमक आ गई। ਇਹਦੇ मथे की चमक नूं भांपदे होया महारानी जिंद कौर नूं यकीन हो गया CID का बंदा पंजाबन सी, शेर की बच्ची सी। बेशक मुसीबतां ने उन्होंने रोल के रख दिता सी, पर दलेर सी।
ਮਹਾਰਾਣੀ ਜਿੰਦ ਕੌਰ ਨੇ ਪੂਰੇ ਜ਼ੋਰ ਦੇ ਨਾਲ ਉਹਦੀ ਹਿੱਕ ਵਿੱਚ ਲੱਤ ਮਾਰੀ ਤੇ ਸੀਆਈਡੀ ਰਿਪੋਰਟਰ ਪਿੱਠ ਪਰਨੇ ਦਰਿਆ ਗੰਡਕ ਦੇ ਵਿੱਚ ਡਿੱਗ ਪਿਆ। ਇਹਨੂੰ ਡਿੱਗਿਆ ਹੋਇਆ ਵੇਖ ਕੇ ਮਹਾਰਾਣੀ ਜਿੰਦ ਕੌਰ ਨੇ ਗੋਮਤਾ ਨੂੰ ਆਖਿਆ, ਕਹਿਣ ਲੱਗੇ ਗੋਮਤਾ ਦੌੜ। ਗੋਮਤਾ ਨੇ ਆਖਿਆ ਮਹਾਰਾਣੀ ਸਾਹਿਬਾ ਹੁਣ ਡਰਨ ਦੀ ਲੋੜ ਨਹੀਂ, ਸਾਧੂ ਡਿੱਗ ਚੁੱਕਾ ਦਰਿਆ ਵਿੱਚ। ਕਹਿਣ ਲੱਗੇ ਨਹੀਂ ਤੂੰ ਨਹੀਂ ਇਹਨਾਂ ਨੂੰ ਜਾਣਦੀ, ਇਹ ਸੀਆਈਡੀ ਵਾਲੇ ਬੜੇ ਤੇਜ਼ ਹੋਇਆ ਕਰਦੇ ਹਨ, ਇਹ ਚੰਗੇ ਤਰਾਕ ਹੋਇਆ ਕਰਦੇ ਹਨ, ਤਰ੍ਹਾਂ ਤਰ੍ਹਾਂ ਦੇ ਭੇਸ ਵਟਾਉਣ ਚ ਮਾਹਰ ਹੋਇਆ ਕਰਦੇ ਹਨ। ਇਹਦੇ ਤਰਕੇ ਪਾਰ ਲੱਗਣ ਤੋਂ ਪਹਿਲਾਂ ਪਹਿਲਾਂ ਸਾਨੂੰ ਦੂਰ ਨਿਕਲਣਾ ਚਾਹੀਦਾ। ਇਹ ਜੰਗਲ ਵੱਲ ਤੇਜ਼ ਦੌੜੀਆਂ, ਸਾਧੂ ਕਿਨਾਰੇ ਲੱਗ ਗਿਆ। ਮਹਾਰਾਣੀ ਜਿੰਦ ਕੌਰਾਂ ਦਾ ਸ਼ੱਕ ਸੱਚ ਵਿੱਚ ਬਦਲ ਗਿਆ। ਜੋ ਲਾਗੇ ਠਾਣਾ ਸੀ ਆਜ਼ਮਗੜ੍ਹ, ਸਾਧੂ ਸਿੱਧਾ ਆਜ਼ਮਗੜ੍ਹ ਪਹੁੰਚਿਆ, ਰਸਤਿਆਂ ਨੂੰ ਚੰਗੇ ਤਰੀਕੇ ਨਾਲ ਜਾਣਦਾ ਸੀ। ਇਹਨੇ ਜਾ ਕੇ ਥਾਣੇ 'ਚ ਖਬਰ ਦੇ ਦਿੱਤੀ ਕਿ ਮਹਾਰਾਣੀ ਜਿੰਦ ਕੌਰ ਔਰ ਇਹਦੀ ਦਾਸੀ ਦਾ ਮੈਨੂੰ ਪਤਾ ਲੱਗ ਗਿਆ ਇਹਨਾਂ ਜੰਗਲਾਂ ਵਿੱਚ, ਅਸੀਂ ਘੇਰਾ ਪਾ ਕੇ ਗ੍ਰਿਫਤਾਰ ਕਰ ਸਕਦੇ ਹਾਂ, ਅੰਗਰੇਜ਼ ਕੋਲੋਂ ਬਹੁਤ ਵੱਡਾ ਇਨਾਮ ਮਿਲ ਸਕਦਾ ਹੈ। ਮੁਸੀਬਤਾਂ ਦਾ ਪਹਾੜ ਛੁੱਟ ਪਿਆ, ਇਹਨਾਂ ਦੇ ਉੱਤੇ ਡਿੱਗਣ ਵਾਲਾ ਹੈ ਪਹਾੜ। ਅਜੇ ਇਹਨਾਂ ਦਾ ਸਾਹ ਰੁਕਿਆ ਨਹੀਂ ਸੀ, ਇੱਕ ਜਗ੍ਹਾ ਦੇ ਉੱਤੇ ਬੈਠ ਕੇ ਸਾਹ ਲੈ ਰਹੀਆਂ ਸਨ ਜਾਂ ਘੋੜਿਆਂ ਦੇ ਸੁੰਬਾਂ ਦੀ ਆਵਾਜ਼ ਇਹਨਾਂ ਦੇ ਕੰਨਾਂ ਵਿੱਚ ਪਈ। ਮਹਾਰਾਣੀ ਜਿੰਦ ਕੌਰਾਂ ਨੇ ਕੰਨ ਕਰਕੇ ਆਖਿਆ, ਕਹਿਣ ਲੱਗੀ ਗੋਮਤਾ ਜੀ। ਮਹਾਰਾਣੀ ਸਾਹਿਬਾ ਕਹਿਣ ਲੱਗੀ ਧਿਆਨ ਨਾਲ ਸੁਣ। ਗੋਮਤਾ ਨੇ ਆਖਿਆ ਮਹਾਰਾਣੀ ਸਾਹਿਬਾ ਇੱਥੇ ਘੋੜਿਆਂ ਦੇ ਸੁੰਬਾਂ ਦੀ ਆਵਾਜ਼ ਹੈ। ਕਹਿਣ ਲੱਗੀ ਬਸ ਪੁਲਿਸ ਆ ਗਈ ਔਰ ਸਾਡੇ ਤੋਂ ਦੂਰ ਨਹੀਂ। ਇਹ ਸਾਧੂ ਨੇ ਜਾ ਕੇ ਜਿਵੇਂ ਥਾਣੇ 'ਚ ਖਬਰ ਦਿੱਤੀ ਤੇ ਵੱਡੀ ਹੇੜ ਲੈ ਕੇ ਪੁਲਿਸ ਵਾਲਿਆਂ ਦੀ ਘੋੜਿਆਂ ਉੱਤੇ ਚੜ ਕੇ ਸ਼ਿਕਾਰੀ ਕੁੱਤਿਆਂ ਵਾਂਗ ਮਹਾਰਾਣੀ ਜਿੰਦ ਕੌਰ ਔਰ ਗੋਮਤਾ ਨੂੰ ਕਿਵੇਂ ਭਾਲ ਰਹੇ ਨੇ ਔਰ ਇਹ ਕਿਵੇਂ ਬਚ ਰਹੀਆਂ ਨੇ, ਇਉਂ ਮੈਨੂੰ ਕੀਤਾ ਜਾ ਰਿਹਾ। ਸੁਣੋ ਸਾਧ ਸੰਗਤ। ਸਾਧੂ ਖਬਰ ਥਾਣੇ ਵਿੱਚ ਕੀਤੀ, ਸਾਧੂ ਖਬਰ ਥਾਣੇ ਵਿੱਚ ਕੀਤੀ, ਡਾਢੀ ਹਾਹਾਕਾਰ ਮਚ ਗਈ ਵਿੱਚ ਪਿੰਡਾਂ ਦੇ ਫੇਰਾਈ ਡੋਲਦੀ, ਥਾਂ ਥਾਂ ਤੇ ਪੈਰੇ ਲੱਗ ਗਏ, ਥਾਣਾ ਚੜਿਆ ਸਣੇ ਅਸਵਾਰਾ, ਆਏ ਮਾਰੋ ਮਾਰ ਕਰਦੇ ਵਿੱਚ ਜੰਗਲਾ ਸ਼ਿਕਾਰੀਆਂ ਵਾਂਗੂ, ਥਾਂ ਥਾਂ ਫਿਰਨ ਟੋਲਦੇ ਇਹਨਾਂ ਵੇਖਿਆ ਸ਼ਿਕਾਰੀ ਆਉਂਦੇ, ਸੰਘਣੇ ਜੰਗਲ ਵਿੱਚ ਸੀ ਵੜੀਆਂ ਰੁੱਖਾਂ ਦੀਆਂ ਜੜ੍ਹਾਂ ਫਾੜ ਕੇ ਦੋਵੇਂ ਧੜੀਆਂ। ਸਾਧੂ ਨੇ ਜਾ ਕੇ ਥਾਣੇ ਵਿੱਚ ਖਬਰ ਕਰ ਦਿੱਤੀ। ਥਾਣੇ 'ਚ ਜਿੰਨੇ ਵੀ ਸਿਪਾਹੀ ਸਨ ਘੋੜਿਆਂ ਦੇ ਉੱਤੇ ਚੜ ਗਏ। ਸਾਰਿਆਂ ਦੇ ਮਨ ਵਿੱਚ ਇਹ ਲਾਲਚ ਹੈ, ਜੇਕਰ ਅਸੀਂ ਗ੍ਰਿਫਤਾਰ ਕਰ ਲਿਆ ਅੰਗਰੇਜ਼ ਕੋਲੋਂ ਜ਼ਮੀਰਾਂ ਮਿਲਣਗੀਆਂ। ਮਨ ਵਿੱਚ ਚਾਰ ਆ ਕੇ ਸ਼ਿਕਾਰੀ ਕੁੱਤਿਆਂ ਵਾਂਗ ਮਹਾਰਾਣੀ ਜਿੰਦ ਕੌਰਾਂ ਉਹਦੀ ਦਾਸੀ ਨੂੰ ਇਹਨਾਂ ਨੇ ਲੱਭਣਾ ਸ਼ੁਰੂ ਕੀਤਾ। 100-150 ਬੰਦਾ ਘੋੜਿਆਂ ਦੇ ਉੱਤੇ ਸਵਾਰ ਹੈ ਪੁਲਿਸ ਦਾ। ਇਹ ਮਾਰੋ ਮਾਰ ਕਰਦਾ ਆ ਰਿਹਾ। ਫਰਕ ਇਹਨਾਂ ਇਹ ਸਾਰੇ ਦੇ ਸਾਰੇ ਜੰਗਲ ਦੇ ਭੇਤੀ ਹਨ। ਮਹਾਰਾਣੀ ਜਿੰਦ ਕੌਰ ਔਰ ਗੋਮਤਾ ਜੰਗਲ ਨੂੰ ਨਹੀਂ ਜਾਣਦੀ। ਉਹਨਾਂ ਕਿਹੜਾ ਪਹਿਲਾਂ ਵੇਖਿਆ ਸੀ? ਹਾਂ, ਗੋਮਤਾ ਚੰਗੇ ਰਾਹਾਂ ਨੂੰ ਜ਼ਰੂਰ ਜਾਣਦੀ ਸੀ ਜਿਹੜਾ ਦਰਿਆਵਾਂ ਦੇ ਕੰਢੇ ਸੀ, ਪਰ ਉਹ ਰਸਤਾ ਛੁੱਟ ਚੁੱਕਾ। ਇਹ ਦੋਵਾਂ ਭੈਣਾਂ ਨੇ ਇੱਕ ਦੂਜੇ ਦਾ ਹੱਥ ਫੜਿਆ। ਇਹ ਬੜੀ ਤੇਜ਼ ਦੌੜੀਆਂ ਹਨ, ਪੂਰੀ ਸਪੀਡ ਨਾਲ ਦੌੜ ਰਹੀਆਂ ਹਨ, ਪਰ ਘੋੜਿਆਂ ਦੇ ਅੱਗੇ ਕਿੰਨਾ ਕੁ ਤੁਰ ਦੌੜ ਸਕਦੀਆਂ ਸਨ।
महाराणी जिंद कौर ने आख्या गोमता सी फड़िया जाना है, कुछ कर। एक वड्डा सारा दरख्त वेख्या, ये दोवें जानियां दरख्त दियां जड़ां विच जाके लुक गईयां। भयानक जंगल और ये जंगल दे भयानक दरख्त, उन्होंने नहीं वेख्या दरख्त दियां खोड़ां विच कोई सप होवेगा, कोई जंगली जानवर होवेगा, पर अपने आप का बचाव करने वास्ते वो दरख्त दियां जड़ां विच जाके लुक गईयां। इन्हां च घोड़ सवार इन्हां दे लागे आए, उन्होंने पता ना लगा ते इन्हां दे लागों दी लंघ के किवें लंघ रहे ने। शरण करो साध संगत। अगे लंघ गए शिकारी जिस वेले, अगे लंघ गए शिकारी जिस वेले, इन्हां ताई पिछे छड्ड के दोवें तुरियां, तुरियां कुबे लग हो के आना मन वाहेगुरू दा एक राशि, राशि जंगल दा बिखड़ा, दूजा दोवें टिड्डो भुखियां, दिसदा शीस ते वैरी, चौथा परदेसी मामला नाले हैन बई, हैन डिठियां थावा नाले दिन बरसात दे रुकियां, रुकियां जोड़ विच जान नठियां नाले लुकियां। खतरा एक नहीं, एक तो जंगल बड़ा भयानक है, दूसरा शीश दे उत्ते वैरी है, तीसरा ढिड्डों भुखियां हैं, क्योंकि जदों दा साधु इन्हां नूं मिले है, इन्हां विचारियां ने ना किसी घर च मंग के खाधा ते ना इन्हां दे पेट झुलका पिया। ये डर गईयां जे किसी दे घर मंगण वास्ते चलिया गईयां, घर वाले ने फड़ा दिता, मुसीबत च पै जावांगियां। ये ढिड्डों भी भुखियां हैं। एक परदेसी मामला इलाका कदी वेख्या ही नहीं, जिस इलाके नूं जानदियां नहीं, पता नहीं किधर नूं जाना है, किस पासे मुड़ना है। ते सब तो वड्डी मुसीबत बन गई कि बरसात के दिन हो चुके हैं। तरीका नूं नोट करना, 15 अप्रैल सन 1849 ईस्वी नूं महाराणी जिंद कौर चुनार के किले चों निकली। 20 दिन तक वो फतेहगढ़ रही है। तकरीबन मई महीना सारे का सारा बतीत हो गया। अगे जून महीना आ गया। इन्हां महीने उत्तरांचल की धरती उत्ते बरसात अपने जोरां विच हो जाती। बरसात भी बहुत है, रस्ता वेख्या कोई नहीं, ना रस्ता है कोई, ये नहीं पता किधर नूं भज रही ने। हो सकता भाईदियां पेठाने चलियां जान, किसे पासे कोई रस्ता नहीं लभदा। आखिर कुब्बे लक होके जो सिपाही लागों दी लंघ गए, ये कुब्बे लक होके विचारियां फिर दौड़ियां। इन्हां दौड़ियां कि अगे जाके जंगल मुक गया। दूर तक हुण इंसान दिस सकदा है। इन्हें वेख्या चार चफेरे कोई नहीं, ना बंदा ना बंदे दी जात। इन्होंने सोचा शायद मुसीबत टल गई। ये बैठियां हुई हन, मुक गया सी जंगल जिस वेले। की हो रहा सरम करो साध संगत। मुक गया सी जंगल जिस वेले, मुक गया सी जंगल जिस वेले, उत्थे ही खलो जांदियां निगाह चार दे, चार चफेरे मारी कोई ना नजर आमदा किसे पासेओ, पासेओ आवाज नहीं आउंदी, नाम मनुख दिसदा साह लैण दे वास्ते बैठियां पैरां नूं घुटण लगियां दोवे कहंदियां सहाई मालका हुण होवे। करता किदां दे खेल रचा देंदा है। जंगल मुक गया, दोवें थकियां हुई हैं, ढिड्डों भुखियां हैं।
ਖਾਣ ਵਾਸਤੇ ਕੁਝ ਹੈ ਨਹੀਂ। ਮਹਾਰਾਣੀ ਜਿੰਦ ਕੌਰਾਂ ਦੇ ਪੈਰ ਜਿਹੜੇ ਸੁੱਜ ਚੁੱਕੇ ਸਨ, ਉਹ ਗੋਮਤੀ ਨੇ ਆਪਣੇ ਕੋਮਲ ਕੋਮਲ ਹੱਥਾਂ ਨਾਲ ਘੁੱਟਣੇ ਸ਼ੁਰੂ ਕੀਤੇ। ਮਹਾਰਾਣੀ ਨੇ ਨੇਤਰਾਂ 'ਚ ਜਲ ਲਿਆ ਕੇ ਆਖਿਆ, ਕਹਿਣ ਲੱਗੇ, ਗੋਮਤਾ ਤੂੰ ਵੀ ਤੇ ਮੇਰੇ ਨਾਲ ਹੀ ਭੱਜ ਰਹੀ ਆ ਨਾ, ਤੂੰ ਮੇਰਾ ਸਾਥ ਦੇ ਰਹੀ ਆ। ਗੋਮਤਾ ਮੈਨੂੰ ਤੇ ਲਾਲਚ ਹੈ ਆਪਣੇ ਪੁੱਤ ਦਾ, ਆਪਣੇ ਰਾਜ ਭਾਗ ਦਾ, ਤੈਨੂੰ ਤੇ ਕੋਈ ਲਾਲਚ ਨਹੀਂ, ਪਰ ਤੂੰ ਫੇਰ ਵੀ ਮੇਰਾ ਸਾਥ ਦੇ ਰਹੀ ਹੈ। ਮੇਰੀ ਭੈਣ ਕਾਰਨਾ ਪੈਰ, ਮੈਂ ਤੇਰੇ ਪੈਰ ਕੁੱਟਦੀ ਹਾਂ। ਮਹਾਰਾਣੀ ਸਾਹਿਬਾਂ, ਪਾਪ ਰੱਬ ਮੈਥੋਂ ਨਾ ਕਰਾਵੇ, ਮੇਰੇ ਪੈਰ ਤੁਸੀਂ ਕੁੱਟੋ। ਮਹਾਰਾਣੀ ਜਿੰਦ ਕੌਰ ਨੇ ਜ਼ਬਰਦਸਤੀ ਇਹ ਗੋਮਤਾ ਦੇ ਪੈਰ ਫੜ ਕੇ ਕੁੱਟਣੇ ਸ਼ੁਰੂ ਕਰ ਦਿੱਤੇ। ਉਹਨੇ ਆਖਿਆ, ਗੋਮਤਾ ਮੈਂ ਪਹਿਲਾਂ ਹੀ ਆਖਿਆ, ਨਾ ਮੈਂ ਰਾਣੀ ਆ ਨਾ ਤੂੰ ਹੰਦਾਸੀ ਆ, ਅਸੀਂ ਭੈਣਾਂ ਹਾਂ, ਭੈਣਾਂ ਦਾ ਦੁੱਖ ਸਾਂਝਾ ਹੋਇਆ ਕਰਦਾ, ਆਓ ਵੰਡਾਈਏ। ਇਹ ਪੈਰਾਂ ਨੂੰ ਘੁੱਟ ਰਹੀਆਂ ਸਨ। ਮਹਾਰਾਣੀ ਜਿੰਦ ਕੌਰਾਂ ਨੇ ਆਖਿਆ, ਗੋਮਤਾ ਕਿੱਧਰ ਨੂੰ ਜਾਣਾ ਹੈ? ਕਹਿੰਦੀ, ਮਹਾਰਾਣੀ ਸਾਹਿਬਾਂ ਮੈਨੂੰ ਤੇ ਪਤਾ ਹੀ ਨਹੀਂ, ਮੈਂ ਨਹੀਂ ਜਾਣਦੀ ਹੁਣ ਨੇਪਾਲ ਕਿੱਧਰ ਹੈ, ਨਾ ਮੈਨੂੰ ਕੋਈ ਰਸਤੇ ਦਾ ਪਤਾ ਹੈ। ਅਜੇ ਇਹਨਾਂ ਸੋਚਾਂ ਵਿੱਚ ਸਨ, ਜਦ ਦੂਰੋਂ ਘੋੜ ਸਵਾਰ ਇਹਨਾਂ ਦੀ ਨਿਗਾਹ ਉੱਤੇ ਪਈ। ਘੋੜ ਸਵਾਰਾਂ ਨੇ ਇਹਨਾਂ ਨੂੰ ਵੇਖ ਲਿਆ, ਦੁਹਾਈ ਦੇ ਦਿੱਤੀ ਜੋ ਬੈਠੀਆਂ ਹੋਈਆਂ ਨੇ। ਜਦੋਂ ਘੋੜ ਸਵਾਰਾਂ ਨੂੰ ਵੇਖਿਆ, ਇਹ ਜੰਗਲ ਵੱਲ ਨੂੰ ਦੌੜੀਆਂ ਨੇ, ਕਿਵੇਂ ਦੌੜ ਰਹੀਆਂ ਨੇ, ਸੁਣੋ ਸਾਧ ਸੰਗਤ। ਅਜੇ ਬੈਠੀਆਂ ਨੂੰ 15 ਮਿੰਟ ਹੀ ਹੋਏ ਸਨ। ਇੱਕ ਦੂਜੇ ਦੇ ਪੈਰ ਘੁੱਟ ਰਹੀਆਂ ਸਨ, ਸਾਹ ਨਾਲ ਸਾਹ ਕੁਝ ਰਲਿਆ। ਇਹਨਾਂ ਚਿਰੋਂ ਘੋੜ ਸਵਾਰ ਇਹਨਾਂ ਦੀ ਨਜ਼ਰੀ ਫੇਰ ਪੈ ਗਈ। ਘੋੜ ਸਵਾਰਾਂ ਨੇ ਇਹਨਾਂ ਨੂੰ ਵੇਖ ਲਿਆ, ਇਸ਼ਾਰਾ ਕਰਕੇ ਕਹਿਣ ਲੱਗੇ, ਆ ਜੇ ਬੈਠੀਆਂ ਹੋਈਆਂ। ਦੋਵਾਂ ਨੇ ਇੱਕ ਦੂਜੇ ਦੇ ਪੈਰ ਛੱਡੇ, ਫਿਰ ਹੱਥ ਫੜ ਲਏ। ਹੱਥ ਇਸ ਕਰਕੇ ਫੜਦੀਆਂ ਸਨ ਕਿਤੇ ਜੰਗਲ ਵਿੱਚ ਵਿਛੜ ਨਾ ਜਾਈਏ। ਹੱਥ ਫੜ ਕੇ ਗੋਮਤਾ ਨੇ ਆਖਿਆ, ਕਹਿਣ ਲੱਗੀ, ਮਹਾਰਾਣੀ ਸਾਹਿਬਾ ਭੱਜੋ, ਦੁਸ਼ਮਣ ਆ ਗਏ। ਹੁਣ ਦੌੜਦੀਆਂ ਕਿੱਧਰ? ਲੁਕਣ ਵਾਸਤੇ ਸਿਰਫ ਜੰਗਲ ਹੀ ਸੀ ਜਿਹਦੇ ਚ ਦੌੜਦੀਆਂ ਹੋਈਆਂ ਆ ਰਹੀਆਂ ਸਨ। ਇਹ ਉਧਰ ਨੂੰ ਫਿਰ ਦੌੜੀਆਂ, ਜਾਂ ਦੌੜੀਆਂ ਜਾ ਰਹੀਆਂ ਹਨ। ਸਿਪਾਹੀ ਇਹਨਾਂ ਦੇ ਪਿੱਛੇ ਚੜ ਗਏ। ਬਸ ਹੁਣ ਫੜਿਆ ਕੇ ਫੜਿਆ। ਇਸ ਤੋਂ ਪਹਿਲਾਂ ਕਿ ਇਹਨਾਂ ਨੂੰ ਸਿਪਾਹੀ ਫੜ ਲੈਂਦੇ, ਇਹਨਾਂ ਦੋਵਾਂ ਨੂੰ ਇੱਕ ਜ਼ੋਰ ਦੀ ਠੇਡਾ ਲੱਗਾ। ਇੱਕ ਪਹਾੜੀ ਤੋਂ ਰਿੜਦੀਆਂ ਰਿੜਦੀਆਂ ਬਹੁਤ ਦੂਰ ਥੱਲੇ ਖੱਡ ਵਿੱਚ ਡਿੱਗ ਪਈਆਂ। ਸਿਪਾਹੀਆਂ ਦੇ ਘੋੜੇ ਉੱਤਰ ਨਹੀਂ ਸਨ ਸਕਦੇ, ਬਰਸਾਤ ਹੋ ਰਹੀ ਹੈ। ਉਹਨਾਂ ਨੇ ਘੋੜੇ ਛੱਡੇ, ਇਹਨਾਂ ਦੇ ਮਗਰ ਉਤਰੇ।
ਜਦੋਂ ਥੱਲੇ ਆਣ ਕੇ ਰੁਕੀਆਂ ਖੱਡ ਦੇ ਵਿੱਚ, ਇਹਨਾਂ ਨੇ ਇੱਕ ਦੂਜੇ ਨੂੰ ਵੇਖਿਆ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹੋਈਆਂ ਨੇ, ਗੁੱਝੀਆਂ ਸੱਟਾਂ, ਕਈਆਂ ਜਗ੍ਹਾ ਤੋਂ ਸਰੀਰ ਛਿੱਲਿਆ ਜਾ ਚੁੱਕਿਆ ਹੈ। ਹੁਣ ਕੋਈ ਆਸਰਾ ਜਦੋਂ ਨਾ ਲੱਭਾ, ਇਹਨਾਂ ਨੇ ਚਾਰ ਚੁਫੇਰੇ ਨਿਗਾਹ ਭਜਾਈ ਤੇ ਇਹਨਾਂ ਨੂੰ ਇਸ ਭਿਆਨਕ ਜੰਗਲ 'ਚ ਇੱਕ ਗੁਫਾ ਨਜ਼ਰ ਆਈ। ਗੋਮਤਾ ਨੇ ਆਖਿਆ, ਕਹਿਣ ਲੱਗੀ ਮਹਾਰਾਣੀ ਸਾਹਿਬਾਂ ਉੱਥੇ ਲੁਕ ਸਕਦੇ। ਮਹਾਰਾਣੀ ਜਿੰਦ ਕੌਰਾਂ ਨੇ ਆਖਿਆ, ਕਹਿਣ ਲੱਗੀ ਗੋਮਤਾ ਗੁਫਾ ਹੈ ਤੇ ਜੰਗਲ 'ਚ ਗੁਫਾ ਹਮੇਸ਼ਾ ਸ਼ੇਰਾਂ ਦੀ ਹੋਇਆ ਕਰਦੀ ਹੈ। ਜੇ ਜੰਗਲੀ ਕੋਈ ਚੀਤਾ, ਕੋਈ ਸ਼ੇਰ, ਕੋਈ ਬਘਿਆੜ ਇੱਥੇ ਹੋਇਆ ਫੇਰ? ਗੋਮਤਾ ਨੇ ਆਖਿਆ, ਮਹਾਰਾਣੀ ਸਾਹਿਬਾਂ ਜਿਹੜੇ ਬਘਿਆੜ ਸਾਡੇ ਪਿੱਛੇ ਪਏ ਹੋਏ ਨੇ, ਇਹਨਾਂ ਤੋਂ ਖਤਰਨਾਕ ਬਘਿਆੜ ਇਸ ਵੇਲੇ ਦੁਨੀਆ 'ਚ ਕੋਈ ਨਹੀਂ। ਇਹਨਾਂ ਦੇ ਹੱਥ ਆਉਣ ਨਾਲੋਂ ਕਿਸੇ ਸ਼ੇਰ ਦਾ ਸ਼ਿਕਾਰ ਬਣ ਜਾਵਾਂਗੀਆਂ, ਖਲਾਸੀ ਹੋ ਜਾਵੇਗੀ। ਆਓ ਮੇਰੇ ਨਾਲ। ਇਨਸਾਨ ਮੌਤ ਦਾ ਮੁਕਾਬਲਾ ਉਦੋਂ ਖਿੜੇ ਮੱਥੇ ਕਰ ਸਕਦਾ ਹੈ ਜਦੋਂ ਮੌਤ ਦਾ ਭੈ ਦੇ ਹਿਰਦੇ 'ਚੋਂ ਨਿਕਲ ਜਾਵੇ। ਜਿੰਨਾ ਚਿਰ ਮੌਤ ਦਾ ਭੈ ਦੇ ਹਿਰਦੇ 'ਚ ਹੈ, ਮੌਤ ਦਾ ਮੁਕਾਬਲਾ ਨਹੀਂ ਕਰ ਸਕਦਾ। ਉਹ ਜਾਣਦੀਆਂ ਸਨ ਬਾਹਰ ਬੈਠੀਆਂ ਰਹੀਆਂ ਦੁਸ਼ਮਣ ਦੇ ਕਾਬੂ ਆ ਜਾਵਾਂਗੀਆਂ, ਟੁਕੜੇ ਕਰ ਦੇਣਗੇ, ਫੜ ਲੈਣਗੇ, ਜੇਲ੍ਹ ਵਿੱਚ ਰੁਲ ਕੇ ਮਰ ਜਾਵਾਂਗੀਆਂ, ਗੁਫਾ 'ਚ ਵੜ ਜਾਵਾਂਗੀਆਂ, ਕੋਈ ਸ਼ੇਰ ਚੀਤਾ ਖਾ ਲਵੇਗਾ, ਪਰਵਾਹ ਹੀ ਨਹੀਂ, ਖਲਾਸੀ ਹੋ ਜਾਵੇਗੀ। ਇਹ ਗੁਫਾ ਵੱਲ ਨੂੰ ਦੌੜੀਆਂ। ਗੁਫਾ ਬੜੀ ਲੰਬੀ ਔਰ ਭਿਆਨਕ ਹੈ। ਗੁਫਾ ਦੇ ਵਿੱਚ ਕੁੱਬੇ ਲੱਕ ਹੋ ਕੇ ਦੌੜੀਆਂ ਜਾ ਰਹੀਆਂ ਨੇ। ਅੱਗੇ ਜਾ ਕੇ ਇਹਨਾਂ ਨੂੰ ਇੱਕ ਪਾਣੀ ਦਾ ਝਰਨਾ ਨਜ਼ਰ ਆਇਆ। ਮਹਾਰਾਣੀ ਜਿੰਦ ਕੌਰਾਂ ਨੇ ਆਖਿਆ, ਗੋਮਤਾ ਅਸੀਂ ਬਹੁਤ ਦੂਰ ਆ ਗਏ ਆ, ਸ਼ਾਇਦ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਗੁਫਾ ਸਾਡੇ ਵਾਸਤੇ ਹੀ ਬਣਾਈ ਹੈ, ਸਾਨੂੰ ਹੁਣ ਇੱਥੇ ਆਰਾਮ ਕਰਨਾ ਚਾਹੀਦਾ। ਜਿਵੇਂ ਤੁਹਾਡਾ ਹੁਕਮ। ਹਨੇਰੀ ਗੁਫਾ ਦੇ ਵਿੱਚ ਇਹ ਦੋਵੇਂ ਜਾਣੀਆਂ ਇੱਕ ਦੂਜੇ ਦੇ ਨਾਲ ਗਲਵੱਕੜੀ ਪਾ ਕੇ ਗੋਡੇ ਜੋੜ ਕੇ ਬੈਠ ਗਈਆਂ। ਭੁੱਖੀਆਂ ਸਨ, 2-3 ਦਿਨ ਤੋਂ ਖਾਧਾ ਕੁਝ ਨਹੀਂ ਸੀ। ਬਰਸਾਤ ਸੀ, ਠੰਡੀ ਹਵਾ ਚੱਲ ਰਹੀ ਹੈ, ਪਾਣੀ ਦਾ ਝਰਨਾ ਹੈ, ਉਹ ਵੀ ਗੁਫਾ ਨੂੰ ਠੰਡਿਆ ਕਰ ਰਹੇ ਹੈ। ਮਹਾਰਾਣੀ ਜਿੰਦ ਕੌਰਾਂ ਨੂੰ ਕੰਬ ਕੰਬ ਕੇ ਬੁਖਾਰ ਚੜ ਗਿਆ। ਉਹਨੇ ਸੁਰਤ ਭੁਲਾ ਲਈ। ਉਹਦੇ ਮੂੰਹੋਂ ਆਵਾਜ਼ ਜੇਕਰ ਨਿਕਲਦੀ ਹੈ ਤੇ ਇਹ ਨਿਕਲਦੀ ਹੈ, ਮੇਰਾ ਦਲੀਪ, ਮੇਰਾ ਦਲੀਪ। ਹੋਸ਼ ਆਉਂਦੀ ਹੈ। ਆਪਣੀ ਦਾਸੀ ਗੋਮਤਾ ਦਾ ਹੱਥ ਫੜ ਕੇ ਇੰਨਾ ਹੀ ਕਹਿੰਦੀ ਹੈ, ਗੋਮਤਾ ਮੇਰੀ ਭੈਣ ਮੈਨੂੰ ਇੱਕ ਵਾਰੀ ਮੇਰੇ ਪੁੱਤ ਨਾਲ ਮਿਲਾ ਦੇ, ਮੇਰੀ ਉਸੇ ਵੇਲੇ ਜਾਨ ਨਿਕਲ ਜਾਵੇ, ਮੈਨੂੰ ਪਰਵਾਹ ਨਹੀਂ। ਜੇ ਮੈਂ ਪੁੱਤ ਨੂੰ ਨਾ ਮਿਲੀ ਗੋਮਤਾ, ਮੇਰੀ ਰੂਹ ਨੂੰ ਕਦੀ ਸਕੂਨ ਨਹੀਂ ਮਿਲਦਾ। ਉਹ ਛੋਟਾ ਜਿਹਾ, ਉਹ ਦੁਸ਼ਮਣਾਂ ਦੇ ਵਿੱਚ ਕੀ ਕਰਦਾ ਹੋਵੇਗਾ, ਉਹਨੂੰ ਰੋਟੀ ਕੌਣ ਦਿੰਦਾ ਹੋਵੇਗਾ? ਗੋਮਤਾ, ਜ਼ਾਲਮਾਂ ਨੇ ਉਹਦਾ ਰਾਜ ਭਾਗ ਖੋਲਿਆ। ਗੋਮਤਾ ਨੇ ਆਖਿਆ, ਮਹਾਰਾਣੀ ਸਾਹਿਬਾ ਤੁਸੀਂ ਹੌਸਲਾ ਰੱਖੋ, ਵਾਹਿਗੁਰੂ ਭਲੀ ਕਰੇਗਾ। ਉਹਨੇ ਆਖਿਆ, ਮੈਂ ਇੱਥੋਂ ਖਰਿਆ ਕਿਹੜੇ ਪਾਪ ਹੋਏ ਨੇ ਜਿਹੜਾ ਸਾਰਾ ਕੁਝ ਮੇਰੇ ਅੱਗੇ ਆ ਰਿਹਾ, ਔਰ ਜਿਨੇ ਜਿਨੇ ਮੇਰਾ ਸਾਥ ਦਿੱਤਾ ਉਹ ਮੁਸੀਬਤਾਂ ਵਿੱਚ ਪੈ ਗਿਆ, ਸ਼ਾਮੋਂ ਦਾ ਪਤਾ ਨਹੀਂ ਕੀ ਹਾਲ ਹੋਵੇਗਾ। ਗੋਮਤਾ ਨੇ ਆਖਿਆ, ਮਹਾਰਾਣੀ ਸਾਹਿਬਾ ਤੁਸੀਂ ਇਦਾਂ ਨਾ ਕਰੋ। ਜਦੋਂ ਸਰੀਰ ਨੂੰ ਹੱਥ ਲਾਇਆ ਕੀ ਵੇਖਿਆ? ਇੰਨੀ ਠੰਡ ਵਿੱਚ ਮਹਾਰਾਣੀ ਜਿੰਦ ਕੌਰਾਂ ਦਾ ਸਰੀਰ ਤੰਦੂਰ ਵਾਂਗ ਤਪ ਰਿਹਾ। ਉਹਨੂੰ ਕੁਛ ਨਾ ਸੁੱਝਾ, ਨਾ ਕੋਈ ਭਾਰਾ ਕੰਬਲ ਸੀ, ਨਾ ਕੋਈ ਬਿਸਤਰਾ ਸੀ, ਨਾ ਕੋਈ ਵਿਛਾਉਣਾ ਸੀ। ਜਿਹੜੀਆਂ ਫਟੀਆਂ ਲੀਰਾਂ ਦੀ ਗਠੜੀ ਸੀ ਗੋਮਤਾ ਨੇ ਮਹਾਰਾਣੀ ਜਿੰਦ ਕੌਰਾਂ ਦੇ ਉੱਤੇ ਦੇ ਦਿੱਤੀ। ਫੇਰ ਵੀ ਮਹਾਰਾਣੀ ਜਿੰਦ ਕੌਰਾਂ ਦਾ ਜਦੋਂ ਕਾਂਬਾ ਨਾ ਹਟਿਆ, ਆਪਣੇ ਤਨ ਦੇ ਉੱਤੇ ਵਲੇਟੀ ਹੋਈ ਇੱਕੋ ਇੱਕ ਧੋਤੀ ਇਹ ਗੋਮਤਾ ਨੇ ਉਤਾਰ ਕੇ ਮਹਾਰਾਣੀ ਜਿੰਦ ਕੌਰਾਂ ਦੇ ਉੱਤੇ ਦੇ ਦਿੱਤੀ। ਆਪ ਬਿਲਕੁਲ ਨਿਰਵਸਤਰ ਹੋ ਕੇ ਮਹਾਰਾਣੀ ਜਿੰਦ ਕੌਰਾਂ ਦੇ ਲਾਗੇ ਬੈਠ ਗਈ। ਉਹਨੂੰ ਕੁੱਟਣ ਲੱਗ ਪਈ, ਬੇਹੋਸ਼ੀ ਵੱਧ ਗਈ। ਇੱਕ ਦਿਨ ਬੀਤ, 2 ਦਿਨ ਬੀਤ, ਤੀਸਰਾ ਦਿਨ ਆ ਗਿਆ। ਕੋਈ ਸਹਾਰਾ ਨਹੀਂ, ਖਾਣ ਨੂੰ ਕੁਝ ਮਿਲਿਆ ਨਹੀਂ, ਮੌਤ ਸਾਹਮਣੇ ਮੂੰਹ ਅੱਡ ਕੇ ਬੈਠੀ ਹੋਈ ਹੈ। ਮਹਾਰਾਣੀ ਜਿੰਦ ਕੌਰਾਂ ਬੁੜਬੜਾ ਰਹੀ ਹੈ, ਬੁਖਾਰ ਤੇਜ਼ ਹੁੰਦਾ ਚਲਿਆ ਜਾ ਰਿਹਾ। ਗੋਮਤਾ ਨੇ ਆਖਿਆ, ਕਹਿਣ ਲੱਗੀ, ਮਹਾਰਾਣੀ ਸਾਹਿਬਾਂ ਅਰਦਾਸ ਕਰੋ ਵਾਹਿਗੁਰੂ ਦੇ ਚਰਨਾਂ ਵਿੱਚ। ਮਹਾਰਾਣੀ ਜਿੰਦ ਕੌਰਾਂ ਨੇ ਆਖਿਆ, ਕਹਿਣ ਲੱਗੀ, ਗੋਮਤਾ ਵਾਹਿਗੁਰੂ ਮੇਰੇ ਨਾਲ ਨਾਰਾਜ਼ ਹੈ, ਮੇਰੀ ਅਰਦਾਸ ਉਸਨੇ ਮੰਨਣੀ ਨਹੀਂ। ਮੇਰੀ ਭੈਣ ਤੂੰ ਅਰਦਾਸ ਕਰ। ਗਰੀਬ ਦੀ ਅਰਦਾਸ ਪ੍ਰਮਾਤਮਾ ਬੜੀ ਛੇਤੀ ਸੁਣ ਲੈਂਦਾ, ਸ਼ਾਇਦ ਤੇਰੀ ਸੁਣ ਲਵੇ। ਤੂੰ ਅਰਦਾਸ ਕਰ। ਮੇਰੀ ਤੇ ਅਰਦਾਸ ਵੀ ਪਾਪਨ ਦੀ ਵਾਹਿਗੁਰੂ ਨੇ ਨਹੀਂ ਮੰਨਣੀ।
ਹੱਥ ਜੋੜ ਕੇ ਗੋਮਤਾ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ। ਕੀ ਕਹਿ ਰਹੀ ਹੈ? ਸ਼ਰਨ ਕਰੋ ਸਾਧ ਸੰਗਤ। ਗੁਫਾ ਦੇ ਅੰਦਰ ਦੋਵੇਂ, ਗੁਫਾ ਦੇ ਅੰਦਰ ਦੋਵੇਂ, ਸੋਚਣ ਦਲੀਲਾਂ ਨੂੰ ਰੱਬ ਦੇ ਦੁਆਰੇ ਮੁੜ ਮੁੜ ਕਰਨ ਅਪੀਲਾਂ ਨੂੰ। ਜਾਣੇ ਨਾ ਕੋਈ ਮਾਲਕਾ ਤੇਰੀਆਂ ਲੀਲਾਂ ਨੂੰ, ਕਿੱਥੇ ਲਾਹੌਰ ਰਹਿ ਗਿਆ, ਕਿੱਥੇ ਬਾਦਸ਼ਾਹੀ ਏ, ਕਿੱਥੇ ਬਾਦਸ਼ਾਹੀ ਏ ਤੇਰੀ ਹੁਣ ਟੇਕ ਮਾਲਕਾ ਹੋਣਾ ਸਹਾਈ ਏ, ਤੇਰਾ ਭਰੋਸਾ ਵਾਹਿਗੁਰੂ। ਇਹ ਝੋਕ ਦੇ ਬੰਦ ਹਨ। ਦਾਸ ਦਿਲ ਦੇ ਨਾਲ ਇਹ ਪ੍ਰਸੰਗ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਆ, ਦਿਲੋਂ। ਆਪ ਦਿਲ ਦੀ ਅੱਖ ਦੇ ਨਾਲ ਔਰ ਦਿਲ ਦੇ ਕੰਨ ਦੇ ਨਾਲ ਇਸ ਨੂੰ ਸੁਣਨ ਦਾ ਯਤਨ ਕਰ ਰਹੇ ਹੋ। ਜਿਹੜੇ ਲਵੀ ਢਾਡੀ ਸਿੰਘ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ, ਬੜੇ ਠਰਮੇ ਔਰ ਹੌਸਲੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ। ਇਸ ਇੱਕ ਇੱਕ ਅੱਖਰ ਨੂੰ ਤੁਸੀਂ ਨੇ ਸੁਣਨ ਦਾ ਯਤਨ ਕਰਨਾ ਔਰ ਆਪਣੇ ਉੱਤੇ ਹੰਢਾ ਕੇ ਵੇਖਣਾ ਇਸ ਨੂੰ। ਜਦੋਂ ਇਨਸਾਨ ਦੇ ਉੱਤੇ ਦੁੱਖ ਪੈਂਦਾ ਫਿਰ ਰੱਬ ਯਾਦ ਆਉਂਦਾ ਹੈ, ਤੇ ਜਿੰਨਾ ਦੁੱਖ ਵਿੱਚ ਪ੍ਰਮਾਤਮਾ ਨੂੰ ਸ਼ੁੱਧ ਹਿਰਦੇ ਦੇ ਨਾਲ ਸਿਮਰਿਆ ਜਾਂਦਾ ਨਾ, ਸੁੱਖ ਵਿੱਚ ਨਹੀਂ ਜੇ ਸਿਮਰਿਆ ਜਾਂਦਾ। ਗੁਰੂ ਦਾ ਸਿੱਖ ਅਰਦਾਸ ਕਰ ਸਕਦਾ ਸਿਰਫ ਔਰ ਸਿਰਫ ਅਰਦਾਸ, ਇਹਦੋਂ ਵੱਧ ਕੁਝ ਨਹੀਂ। ਸਾਡੇ ਹਿੱਸੇ ਅਰਦਾਸ ਆਈ ਹੈ, ਜੰਗਲ ਬਿਆਬਾਨ ਵਿੱਚ ਇਹਨਾਂ ਦਾ ਕੋਈ ਨਹੀਂ। ਮਹਾਰਾਣੀ ਜਿੰਦ ਕੌਰਾਂ ਨੇ ਆਖਿਆ ਗੋਮਤਾ ਅਰਦਾਸ ਕਰ, ਗਰੀਬ ਦੀ ਅਰਦਾਸ ਵਾਹਿਗੁਰੂ ਪ੍ਰਵਾਨ ਕਰ ਲੈਂਦਾ ਹੈ। ਖਰਿਆ ਰੱਬ ਤੇਰੀ ਸੁਣ ਲਵੇ, ਸਾਡੇ ਤੇ ਮੁਸੀਬਤ ਬਣਦੀ ਹੈ। ਅਸੀਂ ਹਰ ਕਿਸੇ ਨੂੰ ਆਖਣਾ ਸਾਡੀ ਅਰਦਾਸ ਕਰਿਓ। ਗੁਰੂ ਦੇ ਪਿਆਰ ਵਾਲੇ ਆਖ ਮੇਰੇ ਸਤਿਗੁਰੂ ਨੂੰ ਮੇਰੀ ਕਸ਼ਟੀ ਕੱਟੀ ਜਾਵੇ। ਤੇ ਜਦੋਂ ਏਡੇ ਸ਼ੁੱਧ ਹਿਰਦੇ ਦੇ ਨਾਲ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਆ ਨਾ, ਪਰਮਾਤਮਾ ਰਹਿਮਤ ਦੀ ਬਰਸਾਤ ਜ਼ਰੂਰ ਕਰ ਦਿੰਦਾ ਹੈ। ਕੋਈ ਆਸਰਾ ਨਹੀਂ ਦੋਵਾਂ ਨੂੰ ਕਿਸੇ ਪਾਸਿਓਂ, ਨਾ ਕੋਈ ਆਸ ਹੈ। ਗੁਫਾ ਦੇ ਵਿੱਚ ਬੈਠੀਆਂ ਸੋਚਣ ਦਲੀਲਾਂ ਨੂੰ, ਜਾਣੇ ਨਾ ਕੋਈ ਮਾਲਕਾ ਤੇਰੀਆਂ ਲੀਲਾਂ ਨੂੰ। ਪਾਛਾ ਤੇਰੀਆਂ ਲੀਲਾਂ ਨੂੰ ਕੌਣ ਜਾਣ ਸਕਦਾ? ਕਿੱਥੇ ਲਾਹੌਰ ਰਹਿ ਗਿਆ, ਕਿੱਥੇ ਬਾਦਸ਼ਾਹੀ ਏ, ਤੇਰੀ ਹੁਣ ਓਟ ਮਾਲਕਾ ਹੋਣਾ ਸਹਾਈ ਏ। ਤੇਰਾ ਭਰੋਸਾ ਸਤਿਗੁਰੂ ਵਾਹਿਗੁਰੂ, ਹੁਣ ਤੇਰੇ ਤੋਂ ਬਗੈਰ ਸਾਡਾ ਕੋਈ ਨਹੀਂ। ਕੀ ਕਹਿ ਰਹੀਆਂ ਨੇ? ਇੱਕ ਇੱਕ ਅੱਖਰ ਨੂੰ ਧਿਆਨ ਦੇ ਨਾਲ ਸੁਣਨ ਦਾ ਯਤਨ ਕਰਨਾ ਸਾਧ ਸੰਗਤ, ਇਉਂ ਮੈਨੇ ਕੀਤਾ ਜਾ ਰਿਹਾ ਜੀ। बारिश लच्छी, बारिश ही बारिश लच्छी, वगदा है नीर जी, रानी नू ताप है चढ़िया, कंबदा शरीर जी, दुखां दी हद लंघ गई, हो गई अखीर जी, एहो जिहा हाल देख के
टेक मालका होना सहाई तेरा भरोसा वाहेगुरु ਪੱਥਰਾਂ ਵਿੱਚ ਕੀੜੇ ਜਿਹੜੇ ਰੋਜੀ ਅਪਣਾਏ ਤੂੰ ਪਾਣੀ ਦੇ ਅੰਦਰ ਲੱਖਾਂ ਜੀਵ ਬਣਾਏ ਤੂੰ ਦੁੱਖਾਂ ਨਾਲ ਆਵਾਜ਼ ਨਿਕਲਦੀ ਦੁੱਖਾਂ ਨਾਲ ਆਵਾਜ਼ ਨਿਕਲਦੀ ਪ੍ਰਭੂ ਜੀ ਹਾਏ ਤੂੰ ਇੰਨੀ ਗੱਲ ਕਹਿ ਕੇ ਰਾਣੀ ਸੁਰਤ ਭੁਲਾਈ ਸੁਰਤ ਭੁਲਾਈ ਤੇਰੀ ਹੁਣ ਟੇਕ ਮਾਲਕਾ ਹੋਣਾ ਸਹਾਈ ਤੇਰਾ ਭਰੋਸਾ ਵਾਹਿਗੁਰੂ ध्यान संग नोर हाल नू जानू ना मारदा ते जे संग कर न करदा जंग चो न हारदा किसे युग भला नहीं होना किसे युग भला नहीं होना कौमी गोदार दा कीती कर तू ते ना दी साडे ते आई साडे ते आई तेरी गुण टेक मालका होना सहाई तेरा भरोसा वाहेगुरु ਗੋਲੀ ਸੀ ਅਰਜ਼ਾ ਕਰਦੀ ਅੱਗੇ ਭਗਵਾਨ ਦੇ ਰਾਣੀ ਨੂੰ ਰਾਜ਼ੀ ਕਰ ਦੇ ਬਖਸ਼ ਪ੍ਰਾਣ ਦੇ ਤੇਰੇ ਬਿਨ ਕੋਈ ਨਾ ਸਾਡਾ ਤੇਰੇ ਬਿਨ ਕੋਈ ਨਾ ਸਾਡਾ ਵਿੱਚ ਬਿਆਬਾਨ ਦੇ ਫੁਰ ਕੇ ਨੈਣਾ ਵਿੱਚੋਂ ਗੰਗਾ ਵਹਾਈ ਗੰਗਾ ਵਹਾਈ ਤੇਰੀ ਹੁਣ ਟੇਕ ਮਾਲਕਾ ਹੋਣਾ ਸਹਾਈ ਤੇਰਾ ਭਰੋਸਾ ਵਾਹਿਗੁਰੂ ਮੰਨੀ ਦਾ ਔਖਾ ਮੰਨੀ ਦਾ ਔਖੇ ਵੇਲੇ ਪਨਾ ਕਰਤਾਰ ਦਾ ਸ਼ਾਹ ਤੋਂ ਭੀਖ ਮੰਗਾਵੇ ਰੰਕਾਂ ਨੂੰ ਤਾਰਦਾ ਨਦੀਆਂ ਵਿੱਚ ਟਿੱਪੇ ਕਿਧਰੇ ਨਦੀਆਂ ਵਿੱਚ ਟਿੱਪੇ ਕਿਧਰੇ ਗਾਉਂਦਾ ਉਹ ਸਾਰਦਾ ਚਰਨ ਸਿੰਘ ਤੂੰ ਕੀ ਜਾਣੇ ਕਿਹੜੀ ਵਡਿਆਈ ਕਿਹੜੀ ਵਡਿਆਈ ਤੇਰੀ ਹੁਣ ਟੇਕ ਮਾਲਕਾ ਹੋਣਾ ਸਹਾਈ ਤੇਰਾ ਭਰੋਸਾ ਵਾਹਿਗੁਰੂ 4 ਦਿਨ ਹੋ ਗਏ ਨੇ ਗੁਫਾ 'ਚ ਬੈਠੀਆਂ ਹੋਈਆਂ ਨਾ ਬਰਸਾਤ ਬੰਦ ਹੋ ਰਹੀ ਹੈ ਨਾ ਰਾਣੀ ਦਾ ਬੁਖਾਰ ਲੱਥ ਰਿਹਾ ਨਾ ਕੁਝ ਖਾਣ ਵਾਸਤੇ ਮਿਲਿਆ ਹਾਂ ਇੱਕ ਪਾਣੀ ਦਾ ਝਰਨਾ ਸੀ ਜਿਹਦੇ 'ਚ ਚੂਲਾ ਭਰ ਕੇ ਇਹ ਗੋਮਤਾ ਲਿਆ ਕੇ ਕਦੀ ਕਦੀ ਮਹਾਰਾਣੀ ਦੇ ਮੂੰਹ 'ਚ ਪਾ ਦਿੰਦੀ ਜਿਹਦੇ ਨਾਲ ਉਹਦੇ ਸਵਾਸਾਂ ਦੀ ਡੋਰ ਅਜੇ ਤੱਕ ਜੁੜੀ ਹੋਈ ਹੈ ਬਾਰ-ਬਾਰ ਹੱਥ ਜੋੜ ਕੇ ਅਰਦਾਸ ਕਰਦੀ ਹੈ ਭਗਵਾਨ ਰਾਣੀ ਨੂੰ ਏਦਾਂ ਨਾ ਮਾਰੀ ਜੇ ਨੂੰ ਮੌਤ ਆਉਣੀ ਹੈ ਤੈਨੂੰ ਇੱਕ ਵਾਰੀ ਆਪਣੇ ਪੁੱਤ ਦਾ ਮੂੰਹ ਜ਼ਰੂਰ ਵਿਖਾਲ ਦੇਵੀਂ ਫਿਰ ਬੇਸ਼ੱਕ ਉਸੇ ਨੂੰ ਮਾਰ ਦੇਵੀਂ ਪਰ ਭਗਵਾਨ ਇਹਨੂੰ ਏਦਾਂ ਨਾ ਮਾਰੇ ਇਹਦੀ ਆਤਮਾ ਭਟਕਦੀ ਰਹਿਣੀ ਹੈ ਅੱਜ 7 ਦਿਨ ਹੋ ਚੁੱਕੇ ਨੇ ਇਹਨਾਂ ਨੇ ਪੇਟ ਵਿੱਚ ਕੁਝ ਨਹੀਂ ਪਾਇਆ 4 ਦਿਨ ਗੁਫਾ ਵਿੱਚ ਹੋ ਗਏ ਨੇ 3 ਦਿਨ ਪਹਿਲਾਂ ਇਹਨਾਂ ਨੂੰ ਦੌੜਦਿਆਂ ਹੋ ਗਏ ਸਨ ਪਹਾੜੀ ਤੋਂ ਡਿੱਗ ਕੇ ਸੱਟਾਂ ਵੀ ਲੱਗੀਆਂ ਹੋਈਆਂ ਨੇ ਉਹਨਾਂ ਦੇ ਨਾਲ ਵੀ ਅਕੜਾ ਦੇ ਨਾਲ ਬੁਖਾਰ ਚੜਿਆ ਹੋਇਆ ਹੁਣ ਕੋਈ ਆਸ ਨਹੀਂ ਆਖਰ ਮਹਾਰਾਣੀ ਜਿੰਦ ਕੌਰਾਂ ਨੇ ਆਖਿਆ ਕਹਿਣ ਲੱਗੇ ਗੋਮਤਾ ਹੁਣ ਬਸ ਖਤਮ ਕਹਾਣੀ ਅਸੀਂ ਇੱਥੇ ਮਰ ਜਾਣਾ ਸਾਡੀ ਲਾਸ਼ ਵੀ ਕਿਸੇ ਨੂੰ ਨਹੀਂ ਲੱਭਣੀ ਪਰ ਅਕਾਲ ਪੁਰਖ ਨੇ ਕਿਰਪਾ ਕੀਤੀ ਚੌਥੇ ਦਿਨ
ਸ਼ਾਮ ਦਾ ਵਕਤ ਸੀ ਜਦ ਇਹਨਾਂ ਨੂੰ ਗੁਫਾ ਦੇ ਦਰਵਾਜ਼ੇ 'ਚ ਕਿਸੇ ਇਨਸਾਨ ਦੀ ਬਿੜਕ ਪਈ। ਉਹਨੇ ਅੰਦਰ ਲੰਘਦਿਆਂ ਸਾਰ ਜ਼ੋਰ ਦੀ ਚੁੰਮਟਾ ਖੜਕਾ ਕੇ ਆਲਾਖ ਨਰੰਜਨ। ਗੋਮਤਾ ਨੇ ਉਸੇ ਵੇਲੇ ਮਹਾਰਾਣੀ ਜਿੰਦ ਕੌਰਾਂ ਦੇ ਉੱਤੇ ਦਿੱਤੀ ਹੋਈ ਧੋਤੀ, ਜਿਹੜੀ 4 ਦਿਨ ਤੋਂ ਵਿਚਾਰੀ ਨਿਰਵਸਤਰ ਹੋ ਕੇ ਮਹਾਰਾਣੀ ਦੀ ਸੇਵਾ ਕਰ ਰਹੀ ਸੀ, ਉਸ ਨੂੰ ਆਪਣੇ ਦੁਆਲੇ ਉਸ ਵੇਲੇ ਵਲੇਟ ਲਿਆ। ਕੀ ਹੁੰਦਾ ਮੈਂ ਕੱਲ ਦੇ ਦੀਵਾਨ ਵਿੱਚ ਇੱਥੋਂ ਤੁਹਾਡੇ ਨਾਲ ਇਸ ਲੜੀ ਨੂੰ ਪ੍ਰਾਰੰਭ ਕਰਾਂਗਾ। ਹੋਇਆ ਭੁੱਲਾਂ ਦੀ ਮੈਂ ਖਿਮਾ ਮੰਗਦਾ ਹਾਂ। ਬਹੁਤ ਆਨੰਦ ਨਾਲ ਤੁਸੀਂ ਬੈਠੇ ਹੋ, ਮੈਂ ਸਮਝਦਾ ਹਾਂ ਵਾਹਿਗੁਰੂ ਕਿਰਪਾ ਕਰਨ। ਹਰ ਇੱਕ ਨੇ ਮਨ ਲਾ ਕੇ ਔਰ ਦਿਲ ਦੀ ਅੱਖ ਦੇ ਨਾਲ ਇਸ ਦ੍ਰਿਸ਼ ਨੂੰ ਵੇਖਿਆ ਹੋਵੇਗਾ, ਦਿਲ ਦੇ ਕੰਨ ਦੇ ਨਾਲ ਸੁਣਿਆ ਹੋਵੇਗਾ। ਵਾਹਿਗੁਰੂ ਤੁਹਾਡੀਆਂ ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰ। ਤੁਸੀਂ ਸਾਰਿਆਂ ਨੇ ਇਤਿਹਾਸ ਦਾ ਸਤਿਕਾਰ ਕਰਦੇ ਹੋਏ ਬੇਅੰਤ ਮਾਇਆ ਅਰਦਾਸ ਕਰਾਈ ਹੈ। ਸਤਿਗੁਰ ਕਿਰਪਾ ਕਰਨ, ਜਿਨ੍ਹਾਂ ਖਜ਼ਾਨੇ ਚ ਮਾਈ ਸੋ ਖਜ਼ਾਨੇ ਭਰਪੂਰ ਕਰਨ। ਸਾਰਿਆਂ ਨੂੰ ਨਾਮ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਢਾਡੀ ਸਿੰਘਾਂ ਪਾਸੋਂ ਨਾਨਕ ਸਾਹਿਬ ਦਾ ਜਾਪ ਸਰਵਣ ਕਰੋ। ਦਾਸ ਨੂੰ ਕੀਰਤਨ ਦੀ ਸਮਾਪਤੀ ਦੀ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।